ਸਤਿ ਸ਼੍ਰੀ ਅਕਾਲ। YouTube ਚੈਨਲ ਪੰਜਾਬੀ ਸਕੂਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਅਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਛਾਪੀ ਹੋਈ 8ਵੀਂ ਜਮਾਤ ਦੀ ਪਾਠ ਪੁਸਤਕ ਪੰਜਾਬੀ ਦੂਜੀ ਭਾਸ਼ਾ ਦਾ 7ਵਾਂ ਪਾਠ ਕਰਾਂਗੇ। ਇਸ ਪਾਠ ਦਾ ਸਿਰਲੇਖ ਹੈ ਸਫਲਤਾਵਾਂ ਅਤੇ ਅਸਫਲਤਾਵਾਂ ਅਤੇ ਇਸ ਦੇ ਲੇਖਕ ਹਨ ਸ਼੍ਰੀ ਦਲੀਪ ਸਿੰਘ ਵਾਸਨ ਜੀ। ਇਹ ਪਾਠ ਸਾਨੂੰ ਜੀਵਨ ਵਿੱਚ ਸਫਲਤਾ ਦਾ ਮਹੱਤਵ ਦੱਸਦਾ ਹੈ ਕਿ ਕਿਸ ਤਰ੍ਹਾਂ ਜੀਵਨ ਵਿੱਚ ਖੁਸ਼ ਰਹਿਣ ਲਈ ਸਫਲਤਾਵਾਂ ਪ੍ਰਾਪਤ ਕਰਨੀਆਂ ਜ਼ਰੂਰੀ ਹਨ। ਪਰ ਜੇ ਕਦੀ ਸਫਲਤਾ ਪ੍ਰਾਪਤ ਨਹੀਂ ਵੀ ਹੁੰਦੀ ਤਾਂ ਸਾਨੂੰ ਨਿਰਾਸ਼ ਜਾਂ ਦੁਖੀ ਨਹੀਂ ਹੋਣਾ ਚਾਹੀਦਾ, ਸਗੋਂ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਨਾਲ ਹੀ ਸਫਲਤਾ ਪ੍ਰਾਪਤ ਕਰਨ ਲਈ ਕਦੀ ਵੀ ਧੋਖੇ ਜਾਂ ਮਾੜੇ ਤਰੀਕਿਆਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਹੋਰ ਵੀ ਇਸ ਪਾਠ ਤੋਂ ਸਾਨੂੰ ਬਹੁਤ ਸਾਰੀਆਂ ਸਿੱਖਿਆਵਾਂ ਮਿਲਣਗੀਆਂ ਸਫਲਤਾ ਅਤੇ ਅਸਫਲਤਾ ਦੇ ਬਾਰੇ ਵਿੱਚ। ਤਾਂ ਉਹ ਕੀ ਹਨ? ਆਓ ਇਸ ਪਾਠ ਨੂੰ ਪੜ੍ਹੀਏ ਅਤੇ ਇਸ ਇੱਕ ਚੰਗੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰੀਏ। ਮਨੁੱਖ ਦਾ ਸਾਰਾ ਜੀਵਨ ਇੱਕ ਸੰਘਰਸ਼ ਹੈ, ਇੱਕ ਘੋਲ ਹੈ। ਸੰਘਰਸ਼ ਮਤਲਬ ਜਿੱਥੇ ਇੱਕ ਲੜਾਈ ਹਰ ਸਮੇਂ ਚੱਲਦੀ ਰਹਿੰਦੀ ਹੈ। ਲੜਾਈ ਸਾਡੇ ਆਪਣੇ ਹਾਲਾਤਾਂ ਨਾਲ, ਲੜਾਈ ਸਾਡੇ ਜੀਵਨ ਵਿੱਚ ਚੰਗਾ ਹੋਣ ਦੀ। ਇਸ ਸੰਘਰਸ਼ ਵਿੱਚ ਜਿੱਤਾਂ ਵੀ ਪ੍ਰਾਪਤ ਹੁੰਦੀਆਂ ਹਨ ਅਤੇ ਇਸ ਘੋਲ ਵਿੱਚ ਬੰਦਾ ਹਾਰਦਾ ਵੀ ਹੈ। ਹੁਣ ਜੀਵਨ ਵਿੱਚ ਕਈ ਵਾਰੀ ਇਨਸਾਨ ਜਿੱਤ ਵੀ ਜਾਂਦਾ ਹੈ ਅਤੇ ਕਈ ਵਾਰੀ ਹਾਰ ਵੀ ਜਾਂਦਾ ਹੈ। ਦੁਨੀਆ ਵਿੱਚ ਕੋਈ ਅਜਿਹਾ ਆਦਮੀ ਨਹੀਂ ਹੈ ਜੋ ਹਮੇਸ਼ਾ ਜਿੱਤਦਾ ਹੀ ਹੋਵੇ। ਇਸੇ ਤਰ੍ਹਾਂ ਕੋਈ ਅਜਿਹਾ ਬਦਕਿਸਮਤ ਵੀ ਨਹੀਂ ਹੈ ਜੋ ਹਮੇਸ਼ਾ ਹਾਰਦਾ ਵੀ ਹੋਵੇ। ਬਦਕਿਸਮਤ ਮਤਲਬ ਬੁਰੀ ਕਿਸਮਤ ਵਾਲਾ। ਵੀ ਨਾ ਹੀ ਦੁਨੀਆ ਵਿੱਚ ਇਸ ਤਰ੍ਹਾਂ ਦਾ ਕੋਈ ਇਨਸਾਨ ਹੈ ਜੋ ਹਮੇਸ਼ਾ ਹੀ ਜਿੱਤਦਾ ਹੋਵੇ ਅਤੇ ਨਾ ਹੀ ਕੋਈ ਇਸ ਤਰ੍ਹਾਂ ਦਾ ਇਨਸਾਨ ਹੈ ਜੋ ਹਮੇਸ਼ਾ ਹੀ ਹਾਰਦਾ ਹੋਵੇ। ਜਿੱਤ ਅਤੇ ਹਾਰ ਜੀਵਨ ਦੇ ਦੋਨੋਂ ਅਟੁੱਟ ਪਹਿਲੂ ਹਨ ਜਿਹੜੇ ਕਿ ਸਾਡੇ ਜੀਵਨ ਨਾਲ ਜੁੜੇ ਰਹਿੰਦੇ ਹਨ। ਜਿੱਤਾਂ ਅਤੇ ਹਾਰਾਂ ਦੋਵੇਂ ਨਾਲ ਨਾਲ ਚੱਲਦੀਆਂ ਰਹਿੰਦੀਆਂ ਹਨ। ਜਦੋਂ ਅਸੀਂ ਸਫਲ ਹੋ ਜਾਂਦੇ ਹਾਂ ਤਾਂ ਅਸੀਂ ਖੁਸ਼ ਹੋ ਜਾਂਦੇ ਹਾਂ। ਜਦੋਂ ਅਸੀਂ ਅਸਫਲ ਹੁੰਦੇ ਹਾਂ ਤਾਂ ਅਸੀਂ ਦੁਖੀ ਹੁੰਦੇ ਹਾਂ। ਇਸ ਸੰਸਾਰ ਦੇ ਦੁੱਖ ਸਾਡੀਆਂ ਹਾਰਾਂ ਵਿੱਚੋਂ ਜੰਮਦੇ ਹਨ ਅਤੇ ਸੁੱਖਾਂ ਦਾ ਕਾਰਨ ਸਾਡੀਆਂ ਜਿੱਤਾਂ ਹੁੰਦੀਆਂ ਹਨ। ਤਾਂ ਹੁਣ ਸਾਨੂੰ ਪਤਾ ਚੱਲ ਰਿਹਾ ਕਿ ਅਸੀਂ ਜੀਵਨ ਵਿੱਚ ਸੁਖੀ ਅਤੇ ਦੁਖੀ ਕਦੋਂ ਹੁੰਦੇ ਹਾਂ। ਜਦੋਂ ਅਸੀਂ ਆਪਣੇ ਜੀਵਨ ਵਿੱਚ ਜਿੱਤ ਪ੍ਰਾਪਤ ਕਰਦੇ ਹਾਂ ਤਾਂ ਅਸੀਂ ਸੁਖੀ ਹੁੰਦੇ ਹਾਂ, ਖੁਸ਼ ਹੁੰਦੇ ਹਾਂ, ਅਤੇ ਜਦੋਂ ਅਸੀਂ ਹਾਰ ਪ੍ਰਾਪਤ ਕਰਦੇ ਹਾਂ ਤਾਂ ਅਸੀਂ ਦੁਖੀ ਹੋ ਜਾਂਦੇ ਹਾਂ। ਜੇਕਰ ਅਸੀਂ ਖੁਸ਼ ਰਹਿਣਾ ਚਾਹੁੰਦੇ ਹਾਂ ਤਾਂ ਸਾਨੂੰ ਜਿੱਤਾਂ ਪ੍ਰਾਪਤ ਕਰਨੀਆਂ ਪੈਣਗੀਆਂ। ਇਸ ਲਾਈਨ ਵਿੱਚ ਲੇਖਕ ਸਾਨੂੰ ਖੁਸ਼ ਰਹਿਣ ਦਾ ਸੀਕ੍ਰੇਟ ਯਾਨੀ ਕਿ ਰਾਜ ਦੱਸ ਰਿਹਾ ਕਿ ਅਸੀਂ ਕਿਸ ਤਰ੍ਹਾਂ ਖੁਸ਼ ਰਹਿ ਸਕਦੇ ਹਾਂ। ਅਸੀਂ ਜਿੱਤਾਂ ਪ੍ਰਾਪਤ ਕਰਕੇ ਖੁਸ਼ ਰਹਿ ਸਕਦੇ ਹਾਂ। ਜਿੱਤਾਂ ਪ੍ਰਾਪਤ ਕਰਨ ਲਈ ਸਾਨੂੰ ਮਿਹਨਤ ਕਰਨੀ ਪਵੇਗੀ। ਅਗਲੀ ਲਾਈਨ 'ਚ ਇੱਕ ਹੋਰ ਰਾਜ ਸਾਡੇ ਸਾਹਮਣੇ ਖੁੱਲ੍ਹ ਗਿਆ ਕਿ ਜਿੱਤਾਂ ਕਿਵੇਂ ਪ੍ਰਾਪਤ ਕਰ ਸਕਦੇ ਹਾਂ? ਮਿਹਨਤ ਨਾਲ। ਜੇਕਰ ਅਸੀਂ ਮਿਹਨਤ ਨਹੀਂ ਕਰਾਂਗੇ ਤਾਂ ਅਸੀਂ ਅਸਫਲ ਹੋ ਜਾਵਾਂਗੇ। ਤਾਂ ਇਹ ਪੈਰਾ ਸਾਨੂੰ ਜੀਵਨ ਦੇ ਬਹੁਤ ਹੀ ਮਹੱਤਵਪੂਰਨ ਜੋ ਸੀਕ੍ਰੇਟ ਨੇ, ਜੋ ਮੰਤਰੇ ਨੇ, ਉਹ ਸਾਨੂੰ ਦੱਸ ਰਿਹਾ ਹੈ। ਪਹਿਲਾ, ਜੀਵਨ ਵਿੱਚ ਜੇ ਖੁਸ਼ ਰਹਿਣਾ ਤਾਂ ਜਿੱਤਾਂ ਪ੍ਰਾਪਤ ਕਰੋ। ਦੂਸਰਾ, ਜਿੱਤਾਂ ਪ੍ਰਾਪਤ ਕਰਨ ਲਈ ਮਿਹਨਤ ਕਰੋ। ਅੱਗੇ ਸਾਨੂੰ ਲੇਖਕ ਕਹਿ ਰਿਹਾ ਕਿ ਇਹ ਜ਼ਿੰਦਗੀ ਇੱਕ ਸੰਘਰਸ਼ ਹੈ। ਇਸ ਲਈ ਸਾਨੂੰ ਕਦੇ ਅਵੇਸਲੇ ਨਹੀਂ ਹੋਣਾ ਚਾਹੀਦਾ। ਅਵੇਸਲੇ ਮਤਲਬ ਲਾਪਰਵਾਹ, ਜਿਹੜਾ ਕਿ ਮਤਲਬ ਸੋਚੇ ਕਿ ਚਲੋ ਕੋਈ ਗੱਲ ਨਹੀਂ, ਸੁਸਤ, ਲਾਪਰਵਾਹ। ਜਿੱਥੇ ਕਿਧਰੇ ਵੀ ਅਸੀਂ ਅਵੇਸਲੇ ਹੋ ਜਾਂਦੇ ਹਾਂ, ਵਧੀਆ ਮੌਕੇ ਸਾਡੇ ਹੱਥੋਂ ਨਿਕਲ ਜਾਂਦੇ ਹਨ। ਕਹਿੰਦੇ ਹਨ ਕਿ ਵਧੀਆ ਮੌਕੇ ਹਰੇਕ ਨੂੰ ਨਸੀਬ ਹੁੰਦੇ ਹਨ। ਇਹ ਮੌਕੇ ਸਾਡੇ ਅੱਗੇ ਪਿੱਛੇ ਪਏ ਫਿਰਦੇ ਹਨ। ਨਸੀਬ ਹੁੰਦੇ ਹਨ ਮਤਲਬ ਕਿਸਮਤ ਵਿੱਚ ਹੁੰਦੇ ਹਨ, ਮਿਲਦੇ ਹਨ। ਵੀ ਚੰਗੇ ਮੌਕੇ ਤਾਂ ਹਰ ਇੱਕ ਨੂੰ ਮਿਲਦੇ ਨੇ, ਸਾਡੇ ਅੱਗੇ ਪਿੱਛੇ ਹੀ ਕਿਤੇ ਹੁੰਦੇ ਨੇ। ਪਰ ਜਿਹੜੇ ਲੋਕ ਸੁਸਤ ਹੁੰਦੇ ਨੇ, ਪਰਵਾਹ ਨਹੀਂ ਕਰਦੇ, ਉਹ ਇਹਨਾਂ ਮੌਕਿਆਂ ਨੂੰ ਗਵਾ ਲੈਂਦੇ ਹਨ। ਸਾਡੇ ਕੋਲੋਂ ਇਹਨਾਂ ਵਧੀਆ ਮੌਕਿਆਂ ਦੀ ਸ਼ਨਾਖਤ ਨਹੀਂ ਹੁੰਦੀ, ਅਸੀਂ ਉਹਨਾਂ ਨੂੰ ਪਕੜ ਨਹੀਂ ਸਕਦੇ। ਜਿਹੜੇ ਲੋਕ ਵਧੀਆ ਮੌਕਿਆਂ ਦੀ ਸ਼ਨਾਖਤ ਵੀ ਕਰ ਲੈਂਦੇ ਹਨ ਅਤੇ ਉਹਨਾਂ ਉੱਤੇ ਆਪਣੀ ਪਕੜ ਵੀ ਮਜ਼ਬੂਤ ਕਰ ਲੈਂਦੇ ਹਨ, ਉਹਨਾਂ ਲੋਕਾਂ ਦੇ ਨਾਂ ਕਾਮਯਾਬ ਇਨਸਾਨਾਂ ਦੀ ਸੂਚੀ ਵਿੱਚ ਦਰਜ ਹੋ ਜਾਂਦੇ ਹਨ। ਬਾਕੀ ਅਸੀਂ ਸਾਰੇ ਅਸਫਲ ਲੋਕ ਹਾਂ। ਅਸੀਂ ਮੌਕਿਆਂ ਦੀ ਸ਼ਨਾਖਤ ਕਰਨ ਦੀ ਕਦੀ ਕੋਸ਼ਿਸ਼ ਹੀ ਨਹੀਂ ਕਰਦੇ। ਅਸੀਂ ਅਵੇਸਲੇ ਹੀ ਰਹਿੰਦੇ ਹਾਂ। ਵਧੀਆ ਮੌਕੇ ਆਉਂਦੇ ਹਨ, ਆ ਕੇ ਚਲੇ ਜਾਂਦੇ ਹਨ, ਪਰ ਸਾਡੇ ਪੱਲੇ ਕੁਝ ਨਹੀਂ ਪੈਂਦਾ। ਹੁਣ ਇੱਥੇ ਅਸਫਲ ਹੋਣ ਦਾ ਕਾਰਨ ਸਾਨੂੰ ਦੱਸਿਆ ਗਿਆ ਹੈ ਕਿ ਜ਼ਿਆਦਾਤਰ ਲੋਕ ਇਸ ਕਰਕੇ ਅਸਫਲ ਹੁੰਦੇ ਨੇ ਕਿਉਂਕਿ ਉਹ ਮੌਕਿਆਂ ਨੂੰ ਫੜਦੇ ਨਹੀਂ। ਜਦੋਂ ਉਹਨਾਂ ਕੋਲ ਮੌਕਾ ਹੁੰਦਾ ਉਦੋਂ ਉਹ ਕੰਮ ਨਹੀਂ ਕਰਦੇ, ਉਦੋਂ ਉਹ
ਸੁਸਤੀ ਮਾਰ ਜਾਂਦੇ ਆ, ਬੇਪਰਵਾਹੀ ਕਰ ਦਿੰਦੇ ਆ। ਤੇ ਜਿਹੜੇ ਲੋਕ ਸਿਆਣੇ ਹੁੰਦੇ ਨੇ ਉਸ ਮੌਕੇ ਨੂੰ ਸੰਭਾਲ ਲੈਂਦੇ ਨੇ, ਉਸ ਸਮੇਂ ਸੰਭਾਲ ਕੇ ਜੋ ਕਰਨਾ ਚਾਹੀਦਾ ਉਸ ਮੌਕੇ 'ਤੇ ਉਹ ਕਰਦੇ ਨੇ ਤੇ ਫਿਰ ਜੀਵਨ ਵਿੱਚ ਸਫਲ ਹੁੰਦੇ ਨੇ। ਇੱਥੇ ਮੈਂ ਤੁਹਾਨੂੰ ਤੁਹਾਡੀ ਆਪਣੀ ਉਦਾਹਰਨ ਦੇਣਾ ਚਾਹਾਂਗੀ। ਤੁਸੀਂ ਵਿਦਿਆਰਥੀ ਹੋ, ਤੁਹਾਡੇ ਕੋਲ ਕਿੰਨਾ ਵਧੀਆ ਮੌਕਾ ਹੈ ਕਿ ਤੁਸੀਂ ਪੜ੍ਹਾਈ ਕਰੋ। ਤੁਹਾਨੂੰ ਹਰ ਰੋਜ਼ ਇਹ ਮੌਕਾ ਮਿਲਦਾ ਹੈ। ਹਰ ਰੋਜ਼ ਅਧਿਆਪਕ ਤੁਹਾਨੂੰ ਕਹਿੰਦੇ ਨੇ ਕਿ ਹੁਣ ਆਹ ਅਸੀਂ ਕਰ ਰਹੇ ਹਾਂ, ਹੁਣ ਅਸੀਂ ਆਹ ਕਰ ਰਹੇ ਹਾਂ, ਹੁਣ ਅਸੀਂ ਆਹ ਕਾਪੀ ਬਣਾਉਣੀ ਹੈ, ਹੁਣ ਅਸੀਂ ਆਹ ਚੈਪਟਰ ਪੜ੍ਹਨਾ ਹੈ, ਹੁਣ ਅਸੀਂ ਆਹ ਪ੍ਰਸ਼ਨ ਉੱਤਰ ਕਰਨੇ ਨੇ। ਪਰ ਜਿਹੜੇ ਬੱਚੇ ਤਾਂ ਹੁੰਦੇ ਨੇ ਸਿਆਣੇ, ਜਿਨ੍ਹਾਂ ਨੂੰ ਕਿ ਤੁਸੀਂ ਕਲਾਸ ਦੇ ਮੋਨੀਟਰ ਜਾਂ ਅੱਗੇ ਰਹਿਣ ਵਾਲੇ ਬੱਚੇ ਵੀ ਕਹਿੰਦੇ ਹੋ, ਉਹ ਉਸ ਮੌਕੇ ਨੂੰ ਪੂਰੀ ਤਰ੍ਹਾਂ ਸੰਭਾਲਦੇ ਨੇ। ਜਦੋਂ ਅਧਿਆਪਕ ਕੋਈ ਕੰਮ ਕਹਿੰਦਾ ਹੈ ਉਦੋਂ ਹੀ ਕਰਦੇ ਨੇ ਤੇ ਉਹ ਫਿਰ ਉਹਦਾ ਤੁਸੀਂ ਨਤੀਜਾ ਦੇਖਦੇ ਹੀ ਹੋ। ਪੇਪਰਾਂ ਵਿੱਚ ਉਹ ਚੰਗੇ ਨੰਬਰ ਲੈਂਦੇ ਨੇ ਤੇ ਸਫਲ ਹੋ ਜਾਂਦੇ ਨੇ। ਪਰ ਜਿਹੜੇ ਬੱਚੇ ਹੁੰਦੇ ਨੇ ਲਾਪਰਵਾਹ, ਉਹ ਕੀ ਕਰਦੇ ਨੇ, ਚਲ ਛੱਡੋ ਕੋਈ ਗੱਲ ਨਹੀਂ, ਅੱਜ ਅਧਿਆਪਕ ਨੇ ਕਿਹਾ ਕੱਲ੍ਹ ਨੂੰ ਕਰ ਲਵਾਂਗੇ, ਕੱਲ੍ਹ ਨੂੰ ਪਰਸੋਂ ਨੂੰ ਕਰ ਲਵਾਂਗੇ। ਫਿਰ ਉਹਨਾਂ ਦਾ ਇੰਨਾ ਕੰਮ ਇਕੱਠਾ ਹੋ ਜਾਂਦਾ ਹੈ ਕਿ ਉਹ ਕਰ ਹੀ ਨਹੀਂ ਪਾਉਂਦੇ ਤੇ ਉਸ ਦਾ ਨਤੀਜਾ ਕੀ ਹੁੰਦਾ ਹੈ, ਪੇਪਰਾਂ ਵਿੱਚ ਉਹਨਾਂ ਦੇ ਚੰਗੇ ਨੰਬਰ ਨਹੀਂ ਆਉਂਦੇ। ਬਹੁਤ ਸਾਰੇ ਬੱਚੇ ਫੇਲ ਹੋ ਜਾਂਦੇ ਹੈ। ਜਿਹੜੇ ਪਾਸ ਵੀ ਹੁੰਦੇ ਆ ਤਾਂ ਉਹ ਇੰਨੇ ਘੱਟ ਨੰਬਰ ਹੁੰਦੇ ਕਿ ਮਨ ਨੂੰ ਕੋਈ ਖੁਸ਼ੀ ਨਹੀਂ ਹੁੰਦੀ। ਤਾਂ ਇਸ ਲਈ ਇਹ ਤੁਹਾਡਾ ਮੌਕਾ ਹੈ ਇਸ ਸਮੇਂ ਪੜ੍ਹਾਈ ਕਰਨ ਦਾ, ਮਿਹਨਤ ਕਰਨ ਦਾ। ਤਾਂ ਇਸ ਮੌਕੇ ਨੂੰ ਹੱਥੋਂ ਨਾ ਗਵਾਉਣ ਦਿਓ ਅਤੇ ਰੱਜ ਕੇ ਮਿਹਨਤ ਕਰੋ। ਜੋ ਵੀ ਤੁਹਾਨੂੰ ਅਧਿਆਪਕ ਜਿਸ ਵੀ ਦਿਨ ਕੰਮ ਦਿੰਦਾ ਉਸਨੂੰ ਉਸੇ ਦਿਨ ਹੀ ਪੂਰਾ ਕਰੋ। ਤਾਂ ਅੱਗੇ ਅਸੀਂ ਪੜ੍ਹਦੇ ਹਾਂ, ਲੇਖਕ ਸਾਨੂੰ ਕੀ ਕਹਿ ਰਿਹਾ ਹੈ। ਅਸਫਲਤਾਵਾਂ ਮਨੁੱਖ ਨੂੰ ਨਿਰਾਸ਼ ਕਰਦੀਆਂ ਹਨ। ਇਹ ਨਿਰਾਸ਼ਾ ਮਨੁੱਖੀ ਸ਼ਕਤੀ ਘਟਾ ਕੇ ਰੱਖ ਦਿੰਦੀ ਹੈ। ਬੰਦੇ ਦਾ ਵਿਅਕਤੀਤਵ ਹੀ ਖਰਾਬ ਹੋ ਕੇ ਰਹਿ ਜਾਂਦਾ ਹੈ। ਨਿਰਾਸ਼ਾ ਇੱਕ ਹੋਰ ਨਿਰਾਸ਼ਾ ਨੂੰ ਜਨਮ ਦਿੰਦੀ ਹੈ। ਇਸੇ ਕਰਕੇ ਸਿਆਣੇ ਕਹਿੰਦੇ ਹਨ ਕਿ ਨਿਰਾਸ਼ਾ ਪੈਦਾ ਕਰਨ ਵਾਲੇ ਮੌਕਿਆਂ ਤੋਂ ਬਚਣਾ ਚਾਹੀਦਾ ਹੈ। ਅਸੀਂ ਉਹ ਮੌਕੇ ਪੈਦਾ ਕਰ ਲਈਏ ਜਿੱਥੇ ਜਿੱਤਾਂ ਹਨ, ਖੁਸ਼ੀਆਂ ਹਨ। ਨਿੱਕੀ ਜਿਹੀ ਜਿੱਤ ਵੀ ਖੁਸ਼ੀ ਪ੍ਰਦਾਨ ਕਰਦੀ ਹੈ। ਜੇਕਰ ਅਸੀਂ ਵੱਡੇ ਮੌਕਿਆਂ ਦੀ ਪਕੜ ਨਹੀਂ ਕਰ ਸਕਦੇ ਤਾਂ ਕੀ ਹੋਇਆ, ਅਸੀਂ ਨਿੱਕੇ ਨਿੱਕੇ ਮੌਕਿਆਂ ਦਾ ਲਾਭ ਤਾਂ ਉਠਾ ਹੀ ਸਕਦੇ ਹਾਂ। ਅਤੇ ਨਿੱਕੀ ਜਿਹੀ ਜਿੱਤ ਵੀ ਵੱਡੀ ਜਿੱਤ ਜਿੰਨੀ ਖੁਸ਼ੀ ਦਿੰਦੀ ਹੈ। ਵੀ ਹੁਣ ਜੇ ਤੁਹਾਨੂੰ ਕੋਈ ਬਹੁਤ ਵੱਡਾ ਤੁਹਾਡੇ ਕੋਲ ਮੌਕਾ ਨਹੀਂ ਹੈ ਜਾਂ ਉਨੀ ਤੁਹਾਡੇ ਵਿੱਚ ਹਿੰਮਤ ਨਹੀਂ ਹੈ ਕਿ ਤੁਸੀਂ ਉਹ ਕਰ ਸਕੋ। ਜਿਵੇਂ ਮੰਨ ਲਓ ਤੁਹਾਡੇ ਵਿੱਚ ਇੰਨੀ ਹਿੰਮਤ ਨਹੀਂ ਹੈ ਕਿ ਤੁਸੀਂ ਪੂਰੇ ਸਕੂਲ ਵਿੱਚੋਂ ਫਸਟ ਆ ਸਕੋ, ਪਰ ਤੁਸੀਂ ਨਿੱਕੇ ਨਿੱਕੇ ਮੌਕਿਆਂ ਨੂੰ ਤਾਂ ਫੜ ਸਕਦੇ ਹੋ। ਕਲਾਸ ਵਿੱਚ ਅੱਜ ਟੈਸਟ ਹੈ 10 ਨੰਬਰ ਦਾ, ਇੱਕ ਚੈਪਟਰ ਦਾ, ਚੰਗੀ ਤਰ੍ਹਾਂ ਪੜ੍ਹ ਕੇ ਜਾਓ, ਕਲਾਸ ਵਿੱਚ ਫਸਟ ਆਉਣ ਦੀ ਕੋਸ਼ਿਸ਼ ਕਰੋ। ਕਿਉਂ ਨਹੀਂ ਕਰਦੇ? ਤੁਸੀਂ ਇੱਕ ਵਾਰੀ ਕਰਕੇ ਦੇਖੋ, ਤੁਹਾਨੂੰ ਕਿੰਨੀ ਖੁਸ਼ੀ ਮਿਲੇਗੀ। ਨਿਰਾਸ਼ਾ ਤੋਂ ਬਚਣ ਲਈ ਨਿੱਕੀਆਂ ਨਿੱਕੀਆਂ ਜਿੱਤਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਅੱਜ ਅਸੀਂ ਨਿੱਕੀਆਂ ਜਿੱਤਾਂ ਪ੍ਰਾਪਤ ਕਰਦੇ ਹਾਂ, ਕੱਲ੍ਹ ਅਸੀਂ ਵੱਡੀਆਂ ਜਿੱਤਾਂ ਵੀ ਪ੍ਰਾਪਤ ਕਰ ਸਕਦੇ ਹਾਂ। ਆਖਰ ਜਿੱਤਾਂ ਦਾ ਸਿਲਸਿਲਾ ਕਿਸੇ ਨਾ ਕਿਸੇ ਸਿਰਿਓਂ ਤਾਂ ਸ਼ੁਰੂ ਕਰਨਾ ਹੀ ਹੁੰਦਾ ਹੈ। ਕਿਸੇ ਪਾਸਿਓਂ ਸ਼ੁਰੂਆਤ ਤਾਂ ਕਰਨੀ ਜ਼ਰੂਰੀ ਹੈ। ਇੱਕ ਵਾਰੀ ਸ਼ੁਰੂਆਤ ਕਰੋ ਤਾਂ ਜਿੱਤਾਂ ਪ੍ਰਾਪਤ ਹੁੰਦੀਆਂ ਰਹਿਣਗੀਆਂ। ਜਦੋਂ ਕੋਈ ਪੱਕੀ ਧਾਰ ਲੈਂਦਾ ਹੈ ਕਿ ਉਸਨੇ ਜਿੱਤ ਪ੍ਰਾਪਤ ਕਰਨੀ ਹੀ ਹੈ ਤਾਂ ਕੋਈ ਨਾ ਕੋਈ ਹੀਲਾ ਵਸੀਲਾ ਵੀ ਲੱਭ ਪੈਂਦਾ ਹੈ। ਟੀਚਾ ਮਿੱਥ ਲਈਏ ਤਾਂ ਤਰੀਕਾ ਵੀ ਲੱਭ ਪੈਂਦਾ ਹੈ। ਜਿੱਤ ਪ੍ਰਾਪਤ ਕਰਨ ਦੀ ਖਾਹਿਸ਼ ਕਰਨ ਨਾਲ ਹੀ ਕਿੰਨੀਆਂ ਤਰਕੀਬਾਂ ਸੁੱਝ ਪੈਂਦੀਆਂ ਹਨ। ਕਹਿੰਦੇ ਨੇ ਜਦੋਂ ਅਸੀਂ ਪੱਕੀ ਧਾਰ ਲਈਏ, ਮਤਲਬ ਪੱਕਾ ਫੈਸਲਾ ਕਰ ਲਈਏ ਕਿ ਅਸੀਂ ਜਿੱਤਣਾ ਹੀ ਜਿੱਤਣਾ ਹੈ, ਤਾਂ ਕੋਈ ਨਾ ਕੋਈ ਹੀਲਾ ਵਸੀਲਾ, ਮਤਲਬ ਕੋਈ ਨਾ ਕੋਈ ਰਾਹ ਸਾਨੂੰ ਲੱਭ ਹੀ ਪੈਂਦਾ ਹੈ। ਟੀਚਾ ਮਿੱਥ ਲਈਏ, ਟੀਚਾ ਮਤਲਬ ਨਿਸ਼ਾਨਾ, ਗੋਲ, ਤਾਂ ਤਰੀਕਾ ਵੀ ਲੱਭ ਜਾਂਦਾ ਹੈ। ਜਿੱਤ ਪ੍ਰਾਪਤ ਕਰਨ ਦੀ ਖਾਹਿਸ਼ ਮਤਲਬ ਇੱਛਾ ਨਾਲ ਹੀ ਕਿੰਨੀਆਂ ਤਰਕੀਬਾਂ ਮਤਲਬ ਤਰੀਕੇ ਸੁੱਝ ਪੈਂਦੀਆਂ ਹਨ, ਸਾਨੂੰ ਲੱਭਣੇ ਸ਼ੁਰੂ ਹੋ ਜਾਂਦੇ ਹਨ। ਜਿੱਤਾਂ ਪ੍ਰਾਪਤ ਕਰਨਾ ਇੱਕ ਆਦਤ ਬਣਾ ਲੈਣੀ ਚਾਹੀਦੀ ਹੈ। ਜੇਕਰ ਕਦੇ ਕਿਸੇ ਹਾਰ ਦਾ ਸਾਹਮਣਾ ਕਰਨਾ ਪੈ ਹੀ ਜਾਵੇ ਤਾਂ ਸਾਨੂੰ ਹੌਸਲਾ ਨਹੀਂ ਛੱਡਣਾ ਚਾਹੀਦਾ। ਹੰਬਲਾ ਮਾਰੋ, ਮਿਹਨਤ ਕਰੋ ਤੇ ਤੁਸੀਂ ਜਿੱਤ ਪ੍ਰਾਪਤ ਕਰ ਲਵੋਗੇ। ਜੇ ਕਦੀ ਹਾਰ ਹੋ ਵੀ ਜਾਵੇ ਤਾਂ ਹੌਸਲਾ ਨਾ ਛੱਡੋ, ਹੰਬਲਾ ਮਾਰੋ, ਮਤਲਬ ਫਿਰ ਤੋਂ ਕੋਸ਼ਿਸ਼ ਕਰੋ, ਮਿਹਨਤ ਕਰੋ ਤੇ ਤੁਸੀਂ ਜਿੱਤ ਜ਼ਰੂਰ ਪ੍ਰਾਪਤ ਕਰੋਗੇ। ਕਈ ਵਾਰ ਕਿਸੇ ਹਾਰ ਵਿੱਚੋਂ ਵੀ ਉੱਦਮ ਕਰਨ ਨਾਲ ਜਿੱਤ ਪ੍ਰਾਪਤ ਹੋ ਜਾਂਦੀ ਹੈ। ਉੱਦਮ ਮਤਲਬ ਕੋਸ਼ਿਸ਼, ਮਿਹਨਤ, ਜਿਸ ਨਾਲ ਤੁਸੀਂ ਆਪ, ਤੁਹਾਡਾ ਪਰਿਵਾਰ ਅਤੇ ਤੁਹਾਡਾ ਆਲਾ ਦੁਆਲਾ ਖੁਸ਼ਹਾਲ ਹੋ ਜਾਂਦਾ ਹੈ। ਇਹ ਕਦੀ ਨਾ ਸੋਚੋ ਕਿ ਕੰਮ ਆਪੇ ਹੋ ਜਾਵੇਗਾ। ਕਈ ਵਾਰੀ ਆਪਾਂ ਸੋਚ ਲਈਦਾ ਨਾ ਕੋਈ ਗੱਲ ਨਹੀਂ ਆਪੇ ਹੋ ਜਾਏਗਾ, ਇਹ ਨਹੀਂ ਸੋਚਣਾ ਚਾਹੀਦਾ। ਕਹਿੰਦੇ ਹਨ ਰੱਬ ਵੀ ਉਹਨਾਂ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਦੇ ਹਨ। ਇੱਕ ਮੁਹਾਵਰਾ ਵੀ ਹੈ, ਹਿੰਮਤੇ ਮਰਦਾ ਮਦਦੇ ਖੁਦਾ। ਤਾਂ ਜੇ ਇਨਸਾਨ ਹਿੰਮਤ ਕਰੇਗਾ ਤਾਂ ਰੱਬ ਤਾਂ ਹੀ ਮਦਦ
ਕਰੇਗਾ। ਹਰ ਕੰਮ ਕੀਤਿਆਂ ਹੀ ਹੋਣਾ ਹੈ। ਸਿਰਫ ਪ੍ਰਾਰਥਨਾ ਕਰਕੇ ਬੈਠੇ ਰਹਿਣਾ ਠੀਕ ਨਹੀਂ। ਪ੍ਰਾਰਥਨਾ ਤੁਹਾਨੂੰ ਹੌਸਲਾ ਦੇ ਸਕਦੀ ਹੈ, ਪਰ ਕੰਮ ਸਿਰੇ ਚਾੜਨ ਲਈ ਉੱਦਮ ਕਰਨਾ ਪੈਂਦਾ ਹੈ ਅਤੇ ਇਹ ਲਾਜ਼ਮੀ ਵੀ ਹੈ। ਪ੍ਰਾਰਥਨਾ ਮਤਲਬ ਅਸੀਂ ਕਈ ਸੋਚਦੇ ਹਾਂ ਕਿ ਰੱਬ ਅੱਗੇ ਪ੍ਰਾਰਥਨਾ ਕਰੇ, ਪਲੀਜ਼ ਬਾਬਾ ਜੀ ਮੈਨੂੰ ਪਾਸ ਕਰ ਦਿਓ, ਪਲੀਜ਼ ਬਾਬਾ ਜੀ ਮੈਨੂੰ ਫਸਟ ਲਿਆ ਦਿਓ। ਇਹ ਠੀਕ ਮਤਲਬ ਪ੍ਰਾਰਥਨਾ ਸਿਰਫ ਤੁਹਾਨੂੰ ਹੌਸਲਾ ਦੇ ਸਕਦੀ ਹੈ ਵੀ ਹਾਂ ਸ਼ਾਇਦ ਹੁਣ ਮੈਂ ਫਸਟ ਆ ਜਾਵਾਂ, ਪਰ ਹੋਣਾ ਤਾਂ ਹੀ ਹੈ ਜੇ ਤੁਸੀਂ ਮਿਹਨਤ ਕਰੋਗੇ, ਉੱਦਮ ਕਰੋਗੇ, ਹਿੰਮਤ ਕਰੋਗੇ। ਅਸੀਂ ਦੇਖਦੇ ਹਾਂ ਕਿ ਸਾਡੇ ਵਰਗੇ ਮਨੁੱਖਾਂ ਨੇ ਇਸ ਦੁਨੀਆ ਵਿੱਚ ਕੀ ਕੁਝ ਬਣਾ ਦਿੱਤਾ ਹੈ। ਇਹ ਉਹ ਲੋਕੀ ਹੀ ਸਨ ਜਿਨ੍ਹਾਂ ਦੇ ਮਨ ਅੰਦਰ ਕੁਝ ਕਰ ਦਿਖਾਉਣ ਦੀ ਖਾਹਿਸ਼ ਸੀ। ਤਾਂ ਜਿਹੜਾ ਅੱਜ ਸਾਡੇ ਕੋਲ ਦੁਨੀਆ ਵਿੱਚ ਇੰਨਾ ਕੁਝ, ਇੰਨੇ ਸੁੱਖ ਆਰਾਮ, ਇੰਨੇ ਨਵੇਂ ਸਾਧਨ, ਇੰਨੀ ਤਕਨੀਕ ਹੈ, ਇਹ ਉਹਨਾਂ ਲੋਕਾਂ ਨੇ ਹੀ ਬਣਾਈ ਹੈ ਜਿਨ੍ਹਾਂ ਦੇ ਮਨ ਅੰਦਰ ਕੁਝ ਕਰ ਦਿਖਾਉਣ ਦੀ ਖਾਹਿਸ਼ ਸੀ, ਇੱਛਾ ਸੀ। ਇਸੇ ਖਾਹਿਸ਼ ਨੇ ਹੀ ਉਹਨਾਂ ਦੀ ਜਿੱਤ ਸਿਰੇ ਲਾ ਦਿੱਤੀ। ਇਹ ਜਿੰਨੀਆਂ ਵੀ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਕਾਢਾਂ ਕੱਢੀਆਂ ਗਈਆਂ ਹਨ ਜਾਂ ਅਵਿਸ਼ਕਾਰ ਕੀਤੇ ਗਏ ਹਨ, ਖੋਜਾਂ, ਇਹ ਅਣਥਕ ਲੋਕਾਂ ਦੀ ਮਿਹਰਬਾਨੀ ਸਦਕਾ ਹੀ ਹੋਂਦ ਵਿੱਚ ਆਏ ਹਨ। ਅਣਥਕ ਜਿਹੜੇ ਲੋਕਾਂ ਨੇ ਥੱਕੇ ਨਹੀਂ, ਜਿਨ੍ਹਾਂ ਨੇ ਹਾਰ ਨਹੀਂ ਮੰਨੀ। ਕਦੇ ਵੀ ਕੋਈ ਚੀਜ਼ ਤੁਹਾਨੂੰ ਲੱਗਦਾ ਹੈ ਕਿ ਜੇ ਕਾਰ ਬਣੀ ਹੈ ਅਤੇ ਬੰਦੇ ਨੇ ਸੋਚਿਆ ਹੋਣਾ ਕਿ ਚੱਲ ਮੈਂ ਇਹ ਚੀਜ਼ਾਂ ਇਸ ਤਰ੍ਹਾਂ ਇਕੱਠੀਆਂ ਕਰ ਲਾਂ ਅਤੇ ਕਾਰ ਬਣ ਜਾਏਗੀ? ਨਹੀਂ, ਸਾਲਾਂ ਦੀ ਮਿਹਨਤ, ਬਹੁਤ ਵਾਰੀ ਅਸਫਲਤਾ ਕਿ ਉਹ ਕੁਛ ਬਣਦਾ ਹੀ ਨਹੀਂ, ਜਾਂ ਜੋ ਤੁਸੀਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਉਹ ਨਹੀਂ ਬਣਦਾ, ਉਹ ਕੁਛ ਹੋਰ ਹੀ ਬਣ ਜਾਂਦਾ ਹੈ। ਤਾਂ ਵਿਗਿਆਨੀਆਂ ਦੀ ਬਹੁਤ ਮਿਹਨਤ ਲੱਗਦੀ ਹੈ ਇੱਕ ਛੋਟੀ ਜਿੰਨੀ ਚੀਜ਼ ਬਣਾਉਣ ਉੱਤੇ ਵੀ। ਕੁਛ ਵੀ ਐਵੇਂ ਹੀ ਨਹੀਂ ਬਣ ਗਿਆ। ਉਹ ਤਾਂ ਜਦੋਂ ਇੱਕ ਵਾਰੀ ਚੀਜ਼ ਬਣ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਸਦਾ ਇੱਕ ਸੈੱਟ ਫਾਰਮੂਲਾ ਹੋ ਜਾਂਦਾ ਹੈ, ਫਿਰ ਉਹ ਸੌਖੀ ਬਣਨੀ ਸ਼ੁਰੂ ਹੋ ਜਾਂਦੀ ਹੈ। ਪਰ ਜਦੋਂ ਕੋਈ ਵੀ ਸਾਡੀ ਤਕਨੀਕ ਪਹਿਲੀ ਵਾਰ ਬਣੀ ਸੀ ਤਾਂ ਉਸ 'ਤੇ ਬਹੁਤ ਮਿਹਨਤ ਲੱਗੀ ਸੀ। ਅਗਲੇ ਪੈਰੇ ਵਿੱਚ ਸਾਨੂੰ ਲੇਖਕ ਦੱਸੇਗਾ ਕਿ ਸਫਲਤਾ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਇਸ ਨੂੰ ਬਹੁਤ ਹੀ ਧਿਆਨ ਨਾਲ ਸੁਣਨਾ ਤੁਸੀਂ। ਸਾਡੀ ਸਫਲਤਾ ਸਾਫ਼ ਸੁਥਰੀ ਹੋਣੀ ਚਾਹੀਦੀ ਹੈ। ਕਿਸੇ ਨੂੰ ਧੋਖਾ ਦੇ ਕੇ ਉਸ ਦਾ ਹੱਕ ਮਾਰ ਕੇ ਜਦੋਂ ਅਸੀਂ ਕੋਈ ਸਫਲਤਾ ਪ੍ਰਾਪਤ ਕਰਦੇ ਹਾਂ ਤਾਂ ਸਾਡੀਆਂ ਖੁਸ਼ੀਆਂ ਬਣਾਉਟੀ ਹੋ ਜਾਂਦੀਆਂ ਹਨ। ਤਾਂ ਸਫਲਤਾ ਪ੍ਰਾਪਤ ਕਰਨ ਦੇ ਤਰੀਕੇ ਜ਼ਰੂਰ ਲੱਭਣੇ ਨੇ, ਪਰ ਉਹਨਾਂ ਤਰੀਕਿਆਂ ਵਿੱਚ ਧੋਖਾ ਦੇਣਾ, ਚੀਟਿੰਗ ਕਰਨੀ, ਕਿਸੇ ਹੋਰ ਦਾ ਹੱਕ ਮਾਰਨਾ, ਜਿਵੇਂ ਕਈ ਵਾਰੀ ਬੱਚੇ ਕਿਸੇ ਹੋਰ ਦੀ ਕਾਪੀ ਚੋਰੀ ਕਰਕੇ ਆਪਣੀ ਕਾਪੀ ਬਣਾ ਲੈਂਦੇ ਹਨ, ਇਹ ਸਭ ਕੁਝ ਨਹੀਂ ਹੋਣਾ ਚਾਹੀਦਾ। ਕਿਉਂ ਨਹੀਂ ਹੋਣਾ ਚਾਹੀਦਾ? ਕਿਉਂਕਿ ਜੇ ਅਸੀਂ ਇਸ ਤਰ੍ਹਾਂ ਸਫਲ ਹੁੰਦੇ ਹਾਂ ਤਾਂ ਸਾਨੂੰ ਉਹ ਖੁਸ਼ੀ ਕਦੀ ਮਿਲ ਹੀ ਨਹੀਂ ਸਕਦੀ ਜਿਹੜੀ ਕਿ ਅਸਲੀ ਸਫਲਤਾ ਨਾਲ ਮਿਲੇਗੀ। ਇੱਕ ਡਰ ਅਤੇ ਭੈ ਸਾਡੇ ਜ਼ਿਹਨ ਵਿੱਚ ਵੜ ਬੈਠਦਾ ਹੈ ਜੋ ਸਾਨੂੰ ਪੂਰੀ ਤਰ੍ਹਾਂ ਖੁਸ਼ ਨਹੀਂ ਹੋਣ ਦਿੰਦਾ। ਸਾਡੇ ਜ਼ਿਹਨ ਮਤਲਬ ਦਿਮਾਗ ਵਿੱਚ ਇੱਕ ਡਰ, ਇੱਕ ਭੈ ਵੜ ਜਾਂਦਾ ਹੈ ਜੋ ਸਾਨੂੰ ਖੁਸ਼ ਨਹੀਂ ਹੋਣ ਦਿੰਦਾ। ਸਾਨੂੰ ਇਸ ਤਰ੍ਹਾਂ ਹੀ ਲੱਗਦਾ ਰਹਿੰਦਾ ਕਿ ਅਸੀਂ ਹੁਣ ਫੜੇ ਜਾਵਾਂਗੇ, ਹੁਣ ਸਾਰਿਆਂ ਨੂੰ ਪਤਾ ਲੱਗ ਜਾਏਗਾ ਕਿ ਅਸੀਂ ਚੀਟਿੰਗ ਕਰਕੇ, ਧੋਖਾ ਦੇ ਕੇ ਇਹ ਜਿੱਤ ਪ੍ਰਾਪਤ ਕੀਤੀ ਹੈ। ਅਜਿਹੀ ਖੁਸ਼ੀ ਪ੍ਰਾਪਤ ਕਰਨ ਵਾਲਿਆਂ ਦਾ ਹਸ਼ਰ ਵੀ ਮਾੜਾ ਹੀ ਹੁੰਦਾ ਹੈ, ਕਿਉਂਕਿ ਇਸ ਤਰ੍ਹਾਂ ਤੁਸੀਂ ਇੱਕ ਵਾਰੀ ਤਾਂ ਜਿੱਤ ਪ੍ਰਾਪਤ ਕਰ ਲਵੋਗੇ, ਪਰ ਹਰ ਵਾਰੀ ਨਹੀਂ ਹੋ ਸਕਦੀ। ਹਰ ਵਾਰੀ ਉਹੀ ਬੰਦਾ ਜਿੱਤ ਪ੍ਰਾਪਤ ਕਰੇਗਾ ਜਿਹੜਾ ਮਿਹਨਤ ਕਰਦਾ ਹੈ। ਅਤੇ ਇਸ ਤਰ੍ਹਾਂ ਜਿੱਤ ਪ੍ਰਾਪਤ ਕਰਨ ਵਾਲੇ ਜਿਸ ਦਿਨ ਵੀ ਫੜੇ ਜਾਣ, ਜਿਸ ਦਿਨ ਵੀ ਉਹਨਾਂ ਦਾ ਸਾਰਿਆਂ ਨੂੰ ਪਤਾ ਲੱਗ ਜਾਵੇ, ਤਾਂ ਉਹਨਾਂ ਦਾ ਹਸ਼ਰ ਮਤਲਬ ਹਾਲ ਬੁਰਾ ਹੀ ਹੁੰਦਾ ਹੈ, ਕਿਉਂਕਿ ਲੋਕਾਂ ਵਿੱਚ ਬੇਇੱਜ਼ਤੀ ਵੀ ਹੋਏਗੀ ਅਤੇ ਤੁਹਾਨੂੰ ਹੋਰ ਵੀ ਬਹੁਤ ਕੁਝ ਸਹਿਣ ਕਰਨਾ ਪਵੇਗਾ। ਤਾਂ ਬੱਚੋ, ਇਹ ਸੀ ਸਾਡਾ ਪਾਠ ਸਫਲਤਾਵਾਂ ਅਤੇ ਅਸਫਲਤਾਵਾਂ। ਇਸ ਵਿੱਚ ਅਸੀਂ ਸਫਲਤਾ ਦਾ ਮਹੱਤਵ ਵੀ ਸਮਝਿਆ, ਸਫਲਤਾ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ ਉਸ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ, ਅਤੇ ਨਾਲ ਹੀ ਅਸੀਂ ਇਹ ਵੀ ਸਿੱਖਿਆ ਕਿ ਸਫਲਤਾ ਜਿਹੜੀ ਹੈ ਹਮੇਸ਼ਾ ਆਪਣੇ ਦਮ 'ਤੇ ਅਤੇ ਮਿਹਨਤ 'ਤੇ ਪ੍ਰਾਪਤ ਕਰਨੀ ਚਾਹੀਦੀ ਹੈ, ਨਾ ਕਿ ਕਿਸੇ ਨੂੰ ਧੋਖਾ ਦੇ ਕੇ ਜਾਂ ਕਿਸੇ ਹੋਰ ਦਾ ਹੱਕ ਮਾਰ ਕੇ ਪ੍ਰਾਪਤ ਕਰਨੀ ਚਾਹੀਦੀ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਇਹਨਾਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਜ਼ਰੂਰ ਲਾਗੂ ਕਰੋਗੇ ਅਤੇ ਅੱਜ ਤੋਂ ਹੀ ਸਫਲਤਾ ਪ੍ਰਾਪਤ ਕਰਨ ਲਈ ਬਿਨਾਂ ਕਿਸੇ ਥੱਕੇ ਤੋਂ, ਬਿਨਾਂ ਹਾਰੇ ਤੋਂ, ਬਿਨਾਂ ਨਿਰਾਸ਼ ਹੋਏ ਤੋਂ ਮਿਹਨਤ ਕਰਨੀ ਸ਼ੁਰੂ ਕਰ ਦੇਵੋਗੇ। ਤਾਂ ਆਓ ਹੁਣ ਅਸੀਂ ਇਸ ਪਾਠ ਦਾ ਅਭਿਆਸ ਹੱਲ ਕਰਦੇ ਹਾਂ। ਅਭਿਆਸ ਵਿੱਚ ਸਭ ਤੋਂ ਪਹਿਲਾਂ ਹਨ ਪ੍ਰਸ਼ਨਾਂ ਦੇ ਉੱਤਰ ਦਿਓ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ, ਮਨੁੱਖ ਦਾ ਜੀਵਨ ਕੀ ਹੈ? ਇਸ ਦਾ ਉੱਤਰ ਹੈ, ਮਨੁੱਖ ਦਾ ਜੀਵਨ ਇੱਕ ਸੰਘਰਸ਼ ਹੈ। ਇਸ ਤੋਂ ਬਾਅਦ ਦੂਸਰਾ ਪ੍ਰਸ਼ਨ ਹੈ, ਖੁਸ਼ ਰਹਿਣ ਲਈ ਸਾਨੂੰ ਕੀ ਪ੍ਰਾਪਤ ਕਰਨਾ ਪਵੇਗਾ? ਇਹ ਅਸੀਂ ਪਾਠ ਵਿੱਚ ਪੜ੍ਹ ਹੀ ਲਿਆ ਹੈ। ਖੁਸ਼ ਰਹਿਣ ਲਈ ਸਾਨੂੰ ਜਿੱਤਾਂ ਪ੍ਰਾਪਤ ਕਰਨੀਆਂ ਪੈਣਗੀਆਂ। ਅਗਲਾ ਪ੍ਰਸ਼ਨ ਹੈ, ਜਦੋਂ ਅਸੀਂ ਅਵੇਸਲੇ ਹੋ ਜਾਂਦੇ ਹਾਂ ਤਾਂ ਕੀ ਨੁਕਸਾਨ ਹੁੰਦਾ ਹੈ? ਅਵੇਸਲੇ ਮਤਲਬ ਲਾਪਰਵਾਹ।
ਤਾਂ ਇਸ ਦਾ ਉੱਤਰ ਹੈ ਜਦੋਂ ਅਸੀਂ ਅਵੇਸਲੇ ਹੋ ਜਾਂਦੇ ਹਾਂ ਤਾਂ ਵਧੀਆ ਮੌਕੇ ਸਾਡੇ ਹੱਥੋਂ ਨਿਕਲ ਜਾਂਦੇ ਹਨ। ਅਗਲਾ ਪ੍ਰਸ਼ਨ ਹੈ ਅਸਫਲਤਾਵਾਂ ਦਾ ਮਨੁੱਖ 'ਤੇ ਕੀ ਅਸਰ ਪੈਂਦਾ ਹੈ। ਇਸ ਦਾ ਉੱਤਰ ਹੈ ਅਸਫਲਤਾਵਾਂ ਮਨੁੱਖ ਨੂੰ ਦੁਖੀ ਅਤੇ ਨਿਰਾਸ਼ ਕਰਦੀਆਂ ਹਨ। ਤੇ ਇਸ ਪ੍ਰਸ਼ਨ ਉੱਤਰ ਵਿੱਚ ਸਾਡਾ ਆਖਰੀ ਤੇ ਪੰਜਵਾਂ ਪ੍ਰਸ਼ਨ ਹੈ ਸਾਡੀ ਸਫਲਤਾ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਤਾਂ ਇਸ ਦਾ ਉੱਤਰ ਆਏਗਾ ਸਾਡੀ ਸਫਲਤਾ ਸਾਫ਼ ਸੁਥਰੀ ਹੋਣੀ ਚਾਹੀਦੀ ਹੈ। ਇਸ ਤੋਂ ਬਾਅਦ ਸਾਡਾ ਅਗਲਾ ਪ੍ਰਸ਼ਨ ਹੈ ਖਾਲੀ ਥਾਵਾਂ ਭਰੋ, ਜਿਸ ਵਿੱਚ ਤੁਹਾਨੂੰ 5 ਵਾਕ ਦਿੱਤੇ ਗਏ ਹਨ ਜਿਨ੍ਹਾਂ ਵਿੱਚ ਕਿ ਖਾਲੀ ਸਥਾਨ ਹਨ ਅਤੇ 5 ਹੀ ਸ਼ਬਦ ਉਹਨਾਂ ਵਿੱਚ ਭਰਨ ਲਈ ਦਿੱਤੇ ਗਏ ਹਨ। ਇਸ ਵਿੱਚ ਪਹਿਲਾ ਵਾਕ ਹੈ ਧੋਖੇ ਨਾਲ ਸਫਲਤਾ ਪ੍ਰਾਪਤ ਕਰਨ ਵਾਲੇ ਦਾ ਡੈਸ਼ ਵੀ ਮਾੜਾ ਹੁੰਦਾ ਹੈ। ਤਾਂ ਇਸ ਵਿੱਚ ਆਵੇਗਾ ਹਸ਼ਰ। ਅਗਲਾ ਹੈ ਮਨੁੱਖ ਦੀ ਸਾਰੀ ਜ਼ਿੰਦਗੀ ਇੱਕ ਡੈਸ਼ ਹੈ, ਇੱਕ ਸੰਘਰਸ਼ ਹੈ। ਤੀਸਰਾ ਵਾਕ ਹੈ ਨਿਰਾਸ਼ਾ ਮਨੁੱਖੀ ਡੈਸ਼ ਘਟਾ ਕੇ ਰੱਖ ਦਿੰਦੀ ਹੈ, ਮਨੁੱਖੀ ਸ਼ਕਤੀ। ਚੌਥਾ ਵਾਕ ਹੈ ਕੱਲ ਅਸੀਂ ਡੈਸ਼ ਜਿੱਤਾਂ ਵੀ ਪ੍ਰਾਪਤ ਕਰ ਸਕਦੇ ਹਾਂ, ਇਸ ਵਿੱਚ ਆਏਗਾ ਵੱਡੀਆਂ। ਤੇ ਪੰਜਵਾਂ ਵਾਕ ਹੈ ਇਹ ਕਦੀ ਨਾ ਸੋਚੋ ਕਿ ਕੰਮ ਡੈਸ਼ ਹੀ ਹੋ ਜਾਵੇਗਾ, ਆਪੇ ਹੀ ਹੋ ਜਾਵੇਗਾ। ਇਸ ਤੋਂ ਬਾਅਦ ਸਾਡਾ ਅਗਲਾ ਪ੍ਰਸ਼ਨ ਹੈ ਵਾਕਾਂ ਵਿੱਚ ਵਰਤੋ। ਤੁਸੀਂ ਆਪਣੇ ਹਿਸਾਬ ਨਾਲ ਆਪਣੀ ਮਰਜ਼ੀ ਨਾਲ ਵੀ ਵਾਕ ਬਣਾ ਸਕਦੇ ਹੋ ਤੇ ਤੁਹਾਡੀ ਸਹੂਲਤ ਲਈ ਮੈਂ ਵੀ ਇਸ ਵੀਡੀਓ ਵਿੱਚ ਵਾਕ ਬਣਾ ਦਿੱਤੇ ਹਨ, ਜਿਸ ਵਿੱਚ ਪਹਿਲਾ ਸ਼ਬਦ ਹੈ ਨਸੀਬ। ਨਸੀਬ ਦਾ ਮਤਲਬ ਹੁੰਦਾ ਹੈ ਕਿਸਮਤ। ਤਾਂ ਇਸ ਦਾ ਅਸੀਂ ਵਾਕ ਬਣਾ ਸਕਦੇ ਹਾਂ ਚੰਗਾ ਨਸੀਬ ਮਿਹਨਤ ਨਾਲ ਬਣਦਾ ਹੈ। ਅਗਲਾ ਸ਼ਬਦ ਹੈ ਸ਼ਨਾਖਤ। ਸ਼ਨਾਖਤ ਦਾ ਮਤਲਬ ਹੁੰਦਾ ਹੈ ਪਹਿਚਾਨ। ਤਾਂ ਇਸ ਦਾ ਵਾਕ ਬਣੇਗਾ ਆਪਣੀ ਸ਼ਨਾਖਤ ਦੱਸੋ। ਇਸ ਤੋਂ ਬਾਅਦ ਅਗਲਾ ਵਾਕ ਸ਼ਬਦ ਹੈ ਸਿਲਸਿਲਾ। ਸਿਲਸਿਲਾ ਮਤਲਬ ਹੁੰਦਾ ਹੈ ਇੱਕ ਚੀਜ਼ ਜਿਹੜੀ ਲਗਾਤਾਰ ਚੱਲ ਰਹੀ ਹੁੰਦੀ ਹੈ। ਮੀਂਹ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ। ਅਗਲਾ ਸ਼ਬਦ ਹੈ ਤਰਕੀਬ। ਤਰਕੀਬ ਹੁੰਦਾ ਹੈ ਸਕੀਮ, ਢੰਗ। ਇਸ ਦਾ ਵਾਕ ਬਣ ਸਕਦਾ ਹੈ ਕੋਈ ਚੰਗੀ ਤਰਕੀਬ ਦੱਸੋ। ਉਸ ਤੋਂ ਬਾਅਦ ਹੈ ਖੁਸ਼ਹਾਲ। ਖੁਸ਼ਹਾਲ ਹੁੰਦਾ ਹੈ ਜਿਹੜਾ ਖੁਸ਼ ਰਵੇ, ਜਿਸ ਕੋਲ ਬਹੁਤ ਸਾਰੇ ਸਾਧਨ ਹੋਣ। ਤਾਂ ਇਸ ਦਾ ਵਾਕ ਬਣੇਗਾ ਮਿਹਨਤ ਕਰਨ ਵਾਲੇ ਖੁਸ਼ਹਾਲ ਹੁੰਦੇ ਹਨ। ਉਸ ਤੋਂ ਬਾਅਦ ਹੈ ਅਣਥੱਕ। ਅਣਥੱਕ ਦਾ ਭਾਵ ਹੁੰਦਾ ਹੈ ਬਿਨਾਂ ਥੱਕੇ। ਇਸ ਦਾ ਵਾਕ ਬਣ ਸਕਦਾ ਹੈ ਸਫਲ ਹੋਣ ਲਈ ਅਣਥੱਕ ਮਿਹਨਤ ਕਰੋ। ਤੇ ਉਸ ਤੋਂ ਅਗਲਾ ਸ਼ਬਦ ਹੈ ਭੈ। ਭੈ ਦਾ ਭਾਵ ਹੁੰਦਾ ਹੈ ਡਰ। ਬੁਰੇ ਕੰਮ ਕਰਨ ਵਾਲੇ ਦੇ ਮਨ ਵਿੱਚ ਹਮੇਸ਼ਾ ਭੈ ਰਹਿੰਦਾ ਹੈ। ਤੇ ਸਾਡਾ ਆਖਰੀ ਸ਼ਬਦ ਹੈ ਜ਼ਿਹਨ। ਜ਼ਿਹਨ ਦਾ ਭਾਵ ਹੁੰਦਾ ਹੈ ਦਿਮਾਗ। ਜ਼ਿਹਨ ਸ਼ਬਦ ਦਾ ਭਾਵ ਦਿਮਾਗ ਹੁੰਦਾ ਹੈ। ਮੈਂ ਇਸ ਦਾ ਵਾਕ ਹੀ ਇਹੀ ਬਣਾ ਦਿੱਤਾ ਤਾਂ ਜੋ ਤੁਹਾਨੂੰ ਇਸ ਦਾ ਮਤਲਬ ਕਦੀ ਭੁੱਲੇ ਨਾ, ਕਿਉਂਕਿ ਮੈਂ ਵਾਕ ਹੀ ਇਸ ਦੇ ਅਰਥ ਨਾਲ ਬਣਾ ਦਿੱਤਾ ਹੈ। ਤੁਸੀਂ ਚਾਹੋ ਤਾਂ ਕੋਈ ਹੋਰ ਵਾਕ ਵੀ ਬਣਾ ਸਕਦੇ ਹੋ। ਇਸ ਤੋਂ ਬਾਅਦ ਸਾਡੇ ਕੋਲ ਹਨ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ, ਜਿਸ ਵਿੱਚ ਕਿ ਪਹਿਲਾ ਪ੍ਰਸ਼ਨ ਹੈ ਜਿੱਤਾਂ ਤੇ ਹਾਰਾਂ ਦਾ ਮਨ ਉੱਤੇ ਕਿਸ ਤਰ੍ਹਾਂ ਦਾ ਪ੍ਰਭਾਵ ਪੈਂਦਾ ਹੈ। ਇਸ ਦਾ ਉੱਤਰ ਹੈ ਜਿੱਤਾਂ ਮਨੁੱਖ ਨੂੰ ਖੁਸ਼ ਕਰਦੀਆਂ ਹਨ ਤੇ ਹਾਰ ਨਾਲ ਮਨ ਦੁਖੀ ਅਤੇ ਨਿਰਾਸ਼ ਹੁੰਦਾ ਹੈ। ਅਗਲਾ ਪ੍ਰਸ਼ਨ ਹੈ ਜ਼ਿੰਦਗੀ ਵਿੱਚ ਨਿਰਾਸ਼ਾ ਤੋਂ ਬਚਣ ਲਈ ਕੀ ਕੁਝ ਕਰਨਾ ਚਾਹੀਦਾ ਹੈ। ਤਾਂ ਇਸ ਦਾ ਉੱਤਰ ਹੈ ਨਿਰਾਸ਼ਾ ਅਸਫਲਤਾ ਕਰਕੇ ਪੈਦਾ ਹੁੰਦੀ ਹੈ। ਨਿਰਾਸ਼ਾ ਤੋਂ ਬਚਣ ਲਈ ਜਿੱਤਾਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੋ। ਅਗਲਾ ਪ੍ਰਸ਼ਨ ਹੈ ਕਿਸੇ ਨੂੰ ਧੋਖਾ ਦੇ ਕੇ ਪ੍ਰਾਪਤ ਕੀਤੀ ਸਫਲਤਾ ਤੇ ਤੁਸੀਂ ਖੁਸ਼ੀ ਕਿਉਂ ਨਹੀਂ ਪ੍ਰਾਪਤ ਕਰ ਸਕਦੇ। ਇਸ ਦਾ ਉੱਤਰ ਹੈ ਧੋਖਾ ਦੇ ਕੇ ਪ੍ਰਾਪਤ ਸਫਲਤਾ ਨਾਲ ਦਿਮਾਗ ਵਿੱਚ ਹਮੇਸ਼ਾ ਡਰ ਬਣਿਆ ਰਹਿੰਦਾ ਹੈ ਜੋ ਸਾਨੂੰ ਖੁਸ਼ ਨਹੀਂ ਹੋਣ ਦਿੰਦਾ। ਇਹ ਸਫਲਤਾ ਬਨਾਵਟੀ ਰਹਿ ਜਾਂਦੀ ਹੈ। ਤੇ ਸਾਡਾ ਚੌਥਾ ਪ੍ਰਸ਼ਨ ਹੈ ਸਾਡੀ ਸਫਲਤਾ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਇਸ ਦਾ ਉੱਤਰ ਹੈ ਸਾਡੀ ਸਫਲਤਾ ਸਾਫ਼ ਸੁਥਰੀ ਹੋਣੀ ਚਾਹੀਦੀ ਹੈ। ਇਹ ਕਿਸੇ ਨੂੰ ਧੋਖਾ ਦੇ ਕੇ ਜਾਂ ਉਸ ਦਾ ਹੱਕ ਮਾਰ ਕੇ ਪ੍ਰਾਪਤ ਨਹੀਂ ਕੀਤੀ ਜਾਣੀ ਚਾਹੀਦੀ। ਤੇ ਇਸ ਵਿੱਚ ਸਾਡਾ ਆਖਰੀ ਪ੍ਰਸ਼ਨ ਹੈ ਇਸ ਪਾਠ ਵਿੱਚੋਂ ਤੁਹਾਨੂੰ ਕੀ ਸੰਦੇਸ਼ ਮਿਲਦਾ ਹੈ। ਇਸ ਦਾ ਉੱਤਰ ਹੈ ਇਸ ਪਾਠ ਤੋਂ ਸਾਨੂੰ ਇਹ ਸੰਦੇਸ਼ ਮਿਲਦਾ ਹੈ ਕਿ ਹਮੇਸ਼ਾ ਜਿੱਤ ਪ੍ਰਾਪਤ ਕਰਨ ਲਈ ਕੋਸ਼ਿਸ਼ ਕਰੋ, ਪਰ ਕਦੇ ਵੀ ਕਿਸੇ ਨੂੰ ਧੋਖਾ ਦੇ ਕੇ ਜਾਂ ਕਿਸੇ ਦਾ ਹੱਕ ਮਾਰ ਕੇ ਜਿੱਤ ਪ੍ਰਾਪਤ ਨਾ ਕਰੋ। ਇਸ ਤੋਂ ਬਾਅਦ ਹਨ ਸਾਡੇ ਕੋਲ ਵਿਰੋਧੀ ਸ਼ਬਦ ਲਿਖੋ, ਜਿਸ ਵਿੱਚ ਕਿ ਪਹਿਲਾ ਸ਼ਬਦ ਹੈ ਨਿਰਾਸ਼ਾ। ਤਾਂ ਨਿਰਾਸ਼ਾ ਦਾ ਵਿਰੋਧੀ ਸ਼ਬਦ ਹੋਵੇਗਾ ਆਸ ਜਾਂ ਆਸ਼ਾ। ਤੇ ਅਗਲਾ ਸ਼ਬਦ ਹੈ ਸਫਲਤਾ, ਜਿਸ ਦਾ ਵਿਰੋਧੀ ਸ਼ਬਦ ਹੈ ਅਸਫਲਤਾ। ਅੱਗੇ ਹੈ ਹਾਰ, ਜਿਸ ਦਾ ਵਿਰੋਧੀ ਸ਼ਬਦ ਜਿੱਤ। ਸਾਫ਼, ਇਸ ਦਾ ਵਿਰੋਧੀ ਸ਼ਬਦ ਹੋ ਸਕਦਾ ਹੈ ਮੈਲਾ ਜਾਂ ਗੰਦਾ।
ਤੇ ਅਗਲਾ ਸ਼ਬਦ ਹੈ ਕਾਮਯਾਬ, ਜਿਸ ਦਾ ਵਿਰੋਧੀ ਸ਼ਬਦ ਹੋਏਗਾ ਨਾਕਾਮਯਾਬ ਜਾਂ ਅਸਫਲ। ਇਸ ਤੋਂ ਬਾਅਦ ਸਾਡਾ ਅਗਲਾ ਪ੍ਰਸ਼ਨ ਹੈ ਹੇਠ ਲਿਖੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖੋ। ਇਸ ਵਿੱਚ ਪਹਿਲਾ ਸ਼ਬਦ ਤੁਹਾਨੂੰ ਹੱਲ ਕਰਕੇ ਪਹਿਲਾਂ ਹੀ ਮਿਲਿਆ ਹੋਇਆ ਹੈ, ਜੋ ਕਿ ਹੈ ਜੀਵਨ, ਹਿੰਦੀ ਵਿੱਚ ਜ਼ਿੰਦਗੀ ਤੇ ਅੰਗਰੇਜ਼ੀ ਵਿੱਚ ਲਾਈਫ, LIFE। ਇਸ ਤੋਂ ਬਾਅਦ ਅਗਲਾ ਸ਼ਬਦ ਹੈ ਜਿੱਤ, ਹਿੰਦੀ ਵਿੱਚ ਆਏਗਾ ਵਿਜੇ ਤੇ ਅੰਗਰੇਜ਼ੀ ਵਿੱਚ ਵਿਕਟਰੀ, VICTORY। ਅਗਲਾ ਹੈ ਲੋਕ, ਹਿੰਦੀ ਵਿੱਚ ਆਏਗਾ ਲੋਗ ਔਰ ਅੰਗਰੇਜ਼ੀ ਵਿੱਚ ਆਏਗਾ ਪੀਪਲ, PEOPLE। अगला शब्द है आदत, हिंदी विच आदत और अंग्रेजी विच होएगा हैबिट, HABIT। अगला शब्द है सफलता, हिंदी विच सफलता और अंग्रेजी विच सक्सेस, SUCCESS। ते तुहाडा आखिरी शब्द है खुश, हिंदी विच आएगा खुश और अंग्रेजी विच आएगा हैप्पी, HAPPY। इस तो बाद है इस पाठ का आखिरी 7वां प्रश्न, जो कि है हेठ लिखे शब्दों को शुद्ध करके लिखो। इस विच तुहानू 5 शब्द दिते गए हैं जिन्हां दे कि शब्द जोड़ गलत हैं। तुसीं पाठ विचों आप भी सही शब्द जोड़ लभ के इन्हां दे लिख सकते हो ते तुहाडी सहूलत लई मैं वीडियो विच भी सही शब्द जोड़ दे दिते हैं। ये शब्द हैं जित, अवेसले, सियाणे, असफलतावां अते सिलसिला। ਤਾਂ ਇਹ ਸੀ ਤੁਹਾਡਾ ਪਾਠ ਸਫਲਤਾਵਾਂ ਅਤੇ ਅਸਫਲਤਾਵਾਂ। ਇਸ ਪਾਠ ਵਿੱਚ ਲੇਖਕ ਦਲੀਪ ਸਿੰਘ ਵਾਸਨ ਜੀ ਨੇ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਜੀਵਨ ਵਿੱਚ ਸਫਲਤਾ ਦਾ ਮਹੱਤਵ, ਉਸ ਨੂੰ ਪ੍ਰਾਪਤ ਕਰਨ ਦੇ ਤਰੀਕੇ ਅਤੇ ਸਹੀ ਸਫਲਤਾ ਦੇ ਕੀ ਲੱਛਣ ਹੁੰਦੇ ਹਨ, ਕਿਸ ਤਰ੍ਹਾਂ ਪ੍ਰਾਪਤ ਕਰਨੀ ਚਾਹੀਦੀ ਹੈ, ਉਹ ਦੱਸਿਆ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਇਸ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਜ਼ਰੂਰ ਲਾਗੂ ਕਰੋਗੇ ਤੇ ਨਾਲ ਹੀ ਇਸ ਵੀਡੀਓ ਦੀ ਸਹਾਇਤਾ ਨਾਲ ਆਪਣਾ ਅਭਿਆਸ ਵੀ ਹੱਲ ਕਰ ਲਵੋਗੇ। ਤੁਹਾਡਾ ਮੈਂ ਅਗਲਾ ਪਾਠ ਲੈ ਕੇ ਬਹੁਤ ਜਲਦੀ ਫਿਰ ਤੋਂ ਹਾਜ਼ਰ ਹੋਵਾਂਗੀ। ਉਦੋਂ ਤੱਕ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਅਤੇ YouTube ਚੈਨਲ ਪੰਜਾਬੀ ਸਕੂਲ ਨੂੰ ਸਬਸਕ੍ਰਾਈਬ ਵੀ ਕਰੋ। ਅਗਲੇ ਪਾਠ ਤੱਕ ਲਈ ਮੈਨੂੰ ਯਾਨੀ ਕਿ ਰਮਨਦੀਪ ਕੌਰ ਨੂੰ ਦਿਓ ਇਜਾਜ਼ਤ। ਧੰਨਵਾਦ।